धर्म का सिर्फ एक ही रास्ता है और एक ही फार्मूला है, सबसे बड़ी है सच्चाई और मानव सेवा। तो जिसने कर ली वो धर्म देख के कर ली तो फिर करने का फायदा नहीं। अगर धर्म ही देखना है तो फिर तो जरूरत ही नहीं है करने की। और जब एक इंसानियत देखनी है और एक सेवा करनी है तो सभी धर्म बराबर है। लेकिन मेरे से मेरा करने से मेरा नहीं होता। एक समय होता है, अगर उस समय को हम समझ लें, उस क्षण को हम समझ लें, तो ये शरीर भी अपना नहीं है, तो ये तो है ही कुछ नहीं। गोल्डन नट नहीं है ये गॉड ही नट है जी, ये परमात्मा ही है। बस पता नहीं है, मेरे को तो कुछ नहीं पता कैसे तो ये नाम रखा गया, कैसे ये जगह बनी और कैसे ये सेवा मिली, तो करने वाला कुदरत है, गॉड ही नट है। ਅੱਜ ਵਿਸਾਖੀ ਦਾ ਮੌਕਾ ਤੇ ਅੱਜ 138ਵਾਂ ਦਿਨ ਹੋ ਚੁੱਕੇ ਆ ਕਿਸਾਨਾਂ ਨੂੰ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਲਗਾਤਾਰ ਸੰਘਰਸ਼ ਕਰ ਰਹੇ ਨੇ ਕਿ ਤਿੰਨੋਂ ਖੇਤੀ ਕਾਨੂੰਨ ਜਿਹੜੇ ਆ ਬੰਦ ਹੋਣ। ਜੇਕਰ ਆਪਾਂ ਉਸ ਸੰਘਰਸ਼ ਦੌਰਾਨ ਜੇਕਰ ਦੇਖੀਏ ਕਿ ਉਸ ਸੰਘਰਸ਼ ਦੇ ਵਿੱਚ ਕਿਸ ਨੇ ਆਪਣਾ ਕਿੰਨਾ ਕੁ ਯੋਗਦਾਨ ਪਾਇਆ, ਸਿਰਫ ਯੋਗਦਾਨ ਕਹਿਣ ਦੇ ਨਾਲ ਨਹੀਂ ਹੁੰਦਾ, ਪਰ ਕਈ ਲੋਕਾਂ ਨੇ ਕਈ ਇਹੋ ਜਿਹੀਆਂ ਮਿਸਾਲਾਂ ਇੱਥੇ ਦੇਖਣ ਨੂੰ ਮਿਲੀਆਂ ਨੇ ਜਿਨ੍ਹਾਂ ਨੇ ਆਪਣਾ ਇਸ ਅੰਦੋਲਨ 'ਚ ਯੋਗਦਾਨ ਇੰਨਾ ਕੁ ਪਾ ਦਿੱਤਾ ਕਿ ਉਹ ਆਪ ਕਰਜ਼ਈ ਹੋ ਗਏ ਤੇ ਆਪਣੀਆਂ ਜ਼ਮੀਨਾਂ ਜਿਹੜੀਆਂ ਨੇ ਉਹਨਾਂ ਨੇ ਗਹਿਣੇ ਧਰ ਦਿੱਤੀਆਂ। ਅਸੀਂ ਗੱਲ ਕਰ ਰਹੇ ਹਾਂ ਗੋਲਡਨ ਹਟ ਵਾਲੇ ਰਾਮ ਸਿੰਘ ਰਾਣਾ ਦੀ, ਜਿਨ੍ਹਾਂ ਨੇ ਆਪਣਾ ਪਹਿਲਾਂ ਸ਼ੋਰੂਮ ਤੋੜ ਕੇ ਕਿਸਾਨਾਂ ਵਾਸਤੇ ਖੋਲ ਦਿੱਤਾ ਸੀਗਾ। ਲੰਗਰ ਲਗਾਤਾਰ ਚੱਲ ਰਿਹਾ ਸੀਗਾ, ਹੁਣ ਗਰਮੀਆਂ ਦੇ ਵਾਸਤੇ ਰਹਿਣ ਬਸੇਰਾ ਤਿਆਰ ਕੀਤਾ ਹੋਇਆ। ਉਹਨਾਂ ਦੀ ਅੱਜ ਵਿਸਾਖੀ ਦੇ ਮੌਕੇ ਤੇ ਉਹਨਾਂ ਨੇ ਅਖੰਡ ਪਾਠ ਦਾ ਭੋਗ ਹੋਇਆ, ਅੱਜ ਇੱਥੇ ਭੋਗ ਪਿਆ ਤੇ ਬਲਦੇਵ ਸਿੰਘ ਸਿਰਸਾ ਤੇ ਜਗਜੀਤ ਸਿੰਘ ਡੱਲੇਵਾਲ ਹੋਰੀ ਵੀ ਇੱਥੇ ਪਹੁੰਚੇ ਨੇ। ਆਪਾਂ ਰਾਮ ਸਿੰਘ ਰਾਣਾ ਨਾਲ ਹੋਰਾਂ ਨਾਲ ਵੀ ਗੱਲ ਕਰਾਂਗੇ, ਪਰ ਪਹਿਲਾਂ ਇਹਨਾਂ ਆਗੂਆਂ ਦੇ ਨਾਲ ਗੱਲ ਕਰ ਲਈਏ। ਡੱਲੇਵਾਲ ਸਾਹਿਬ, ਇਸ ਸੰਘਰਸ਼ ਜਦੋਂ ਸ਼ੁਰੂ ਹੋਇਆ ਸੀ ਕਿਸੇ ਨੇ ਨਹੀਂ ਸੋਚਿਆ ਸੀਗਾ ਵੀ ਇਸ ਮੁਕਾਮ ਤੇ ਵੀ ਪਹੁੰਚੂਗਾ। ਪਹਿਲਾਂ ਸੀਗਾ ਕਿ ਜਾਵਾਂਗੇ ਅਸੀਂ 2 ਦਿਨ ਲਾਵਾਂਗੇ ਤੇ ਧਰਨਾ ਲਾਵਾਂਗੇ ਜੰਤਰ ਮੰਤਰ ਤੇ ਵਾਪਸ ਆ ਜਾਾਂਗੇ। ਅੱਜ ਹੁਣ 138ਵਾਂ ਦਿਨ ਹੋ ਚੁੱਕਿਆ। ਯੋਗਦਾਨ ਦੀ ਆਪਾਂ ਗੱਲ ਕਰੀਏ ਕਿ ਅਜਿਹੇ ਵੀ ਲੋਕ ਆਏ ਨੇ ਕਿ ਆਪਣਾ ਸਾਰਾ ਜੋ ਦੁਨੀਆ ਜਹਾਨ ਦਾ ਉਹਨਾਂ ਨੇ ਕਮਾਈ ਕੀਤੀ ਸੀ ਸਾਰੀ ਇਸ ਅੰਦੋਲਨ ਦੇ ਨਾਮ ਕਰ ਦਿੱਤੀ ਹੈ। ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਇੱਕ ਤਾਂ ਗੱਲ ਇਹ ਹੈ ਕਿ ਇਹ ਭੁਲੇਖੇ 'ਚ ਨਹੀਂ ਸਾਨੂੰ ਰਹਿਣਾ ਚਾਹੀਦਾ ਵੀ ਸਾਨੂੰ ਪਤਾ ਨਹੀਂ ਸੀ ਵੀ ਅੰਦੋਲਨ ਇੱਥੋਂ ਤੱਕ ਜਾਊਗਾ। ਅਸੀਂ ਜਿਸ ਦਿਨ ਅੰਦੋਲਨ ਦੀਆਂ ਡੇਟ ਤੈਅ ਹੋ ਰਹੀ ਸੀ, ਅਸੀਂ ਉਸ ਦਿਨ ਸਪਸ਼ਟਲੀ ਕਹਿ ਦਿੱਤੀ ਗਈ ਸੀ ਸਾਨੂੰ, ਕਿਉਂਕਿ ਅਸੀਂ 2 ਸੰਗਠਨ ਇਕੱਠੇ ਹੋਏ ਸੀ ਵੱਡੇ ਦੇਸ਼ ਲੈਵਲ ਦੇ। ਤਾਂ ਉਸ ਵੇਲੇ ਅਸੀਂ ਇਹ ਗੱਲ ਕਹੀ ਸੀਗੀ ਕਿ 26 ਤੇ 27 ਨਵੰਬਰ ਨੂੰ ਉੱਥੋਂ ਜਾ ਕੇ ਵਾਪਸ ਮੁੜਨਾ ਇਹ ਸਾਡਾ ਨਿਸ਼ਾਨਾ ਨਹੀਂ ਹੈ। ਸਾਡਾ ਨਿਸ਼ਾਨਾ ਹੈ ਕਿ ਸਰਕਾਰ ਕਦੋਂ ਮੰਨਦੀ ਹੈ ਤੇ ਕਦੋਂ ਕਾਨੂੰਨ ਵਾਪਸ ਕਰਦੀ, ਉਦੋਂ ਤੱਕ ਦਾ ਹੈ। ਤਾਂ ਸਾਰਿਆਂ ਨੇ ਸਹਿਮਤੀ ਦਿੱਤੀ ਕਿ ਲੜਾਂਗੇ, ਉਦੋਂ ਤੱਕ ਲੜਾਂਗੇ ਜਦੋਂ ਤੱਕ ਸਰਕਾਰ ਵਾਪਸ ਨਹੀਂ ਮੁੜਦੀ। ਬਟ ਇੱਕ ਗੱਲ ਜ਼ਰੂਰ ਸਾਨੂੰ ਐ ਲੱਗਦੀ ਸੀ ਕਿ ਅੰਦੋਲਨ ਦੇਸ਼ ਵਿਆਪੀ ਬਣਾਉਣਾ ਬਹੁਤ ਔਖਾ ਹੈ। ਇੱਥੇ ਹਰਿਆਣੇ ਦੇ ਵਿੱਚ ਬੀਜੇਪੀ ਦੀ ਸਰਕਾਰ ਸੀ, ਲੋਕਾਂ ਨੂੰ ਦੇ ਉੱਤੇ ਦਮਨਕਾਰੀ ਨੀਤੀਆਂ ਅਪਣਾ ਰਹੀ ਸੀ, ਇਹ ਵੀ ਸਾਨੂੰ ਨਜ਼ਰ ਆ ਰਿਹਾ ਸੀ। ਲੋਕਾਂ ਨੂੰ ਘਰਾਂ ਤੋਂ ਬਾਹਰ ਨਹੀਂ ਨਿਕਲਣ ਦਿੱਤਾ ਜਾ ਰਿਹਾ ਸੀਗਾ, ਲਾਠੀ ਚਾਰਜ ਹੁੰਦੇ ਸੀ, ਰੇਲਵੇ ਲਾਈਨ ਦੇ ਨੇੜੇ ਨਹੀਂ ਜਾਣ ਦਿੱਤਾ ਜਾ ਰਿਹਾ ਕਿਸਾਨਾਂ ਨੂੰ। ਪਰ ਮੈਂ ਇੱਥੇ ਇੱਕ ਗੱਲ ਮੈਨੂੰ ਐ ਲੱਗ ਰਹੀ ਹੈ ਕਿ ਵਾਹਿਗੁਰੂ ਦੀ ਰਹਿਮਤ, ਉਹ ਪ੍ਰਮਾਤਮਾ ਕੁਝ ਤਬਦੀਲੀਆਂ ਚਾਹੁੰਦਾ ਹੈ, ਜਿਹੜੀ ਗੱਲ ਮੈਨੂੰ ਲੱਗ ਰਹੀ ਹੈ। ਕਿਉਂਕਿ ਜਿਸ ਦਿਨ ਪੰਜਾਬ ਤੋਂ ਕਾਫਲੇ ਚੱਲੇ ਨੇ ਔਰ ਹਰਿਆਣਾ ਦਾ ਸਹਿਯੋਗ ਜਿਹੜਾ ਮਿਲਿਆ ਉਹ ਬੇਤਹਾਸ਼ਾ ਸਹਿਯੋਗ ਮਿਲਿਆ। ਸਰਕਾਰ ਮੂਹਰੇ ਖਾਈਆਂ ਪੜਦੀ ਸੀ ਤੇ ਹਰਿਆਣੇ ਦੇ ਲੋਕ ਇਹ ਕਹਿੰਦੇ ਸੀ ਵੀ ਸਾਡੀ ਫਸਲ ਦੇ ਵਿੱਚ ਦੀ ਟਰਾਲੀਆਂ ਲਗਾਓ। ਇੱਕ ਗੱਲ, ਦੂਜੀ ਗੱਲ, ਨੌਜਵਾਨ ਉਹ ਖਾਈਆਂ ਨੂੰ ਨਾਲ ਦੀ ਨਾਲ ਮਤਲਬ ਲੜ ਕੇ ਝਗੜ ਕੇ ਪ੍ਰਸ਼ਾਸਨ ਦੇ ਨਾਲ ਤੇ ਉਹਨੂੰ ਭਰ ਰਹੇ ਸੀ ਹਰਿਆਣੇ ਦੇ ਨੌਜਵਾਨ। ਤੇ ਥੋੜੇ ਜਿਹੇ ਸਮੇਂ ਦੇ ਵਿੱਚ ਉਦੋਂ ਪਤਾ ਲੱਗਿਆ ਜਦੋਂ ਥੋੜੀ ਜਿਹੀ ਵਾਰ ਜਾ ਕੇ ਹਰਿਆਣੇ ਤੋਂ ਪਹਿਲਾ ਲੰਗਰ ਆਇਆ, ਫਿਰ ਦੂਜਾ ਲੰਗਰ ਆਇਆ, ਫਿਰ ਤੀਜਾ ਲੰਗਰ ਆਇਆ, ਫਿਰ ਤੇ ਹਰਿਆਣੇ ਦੇ ਲੋਕਾਂ ਨੇ ਮਤਲਬ ਅਖੀਰ ਤੱਕ ਮਤਲਬ ਲੰਗਰ ਲਾਉਣ ਵਾਲੀ ਤੈਅ ਤੋੜਤੀ। ਔਰ ਉਸ ਤੋਂ ਵੱਡੀ ਗੱਲ ਇਹ ਦੇਖੋ, ਜਿੱਥੇ ਹੁਣ ਆਪਾਂ ਬੈਠੇ ਹਾਂ ਰਾਣਾ ਜੀ ਕੋਲ, ਇਹੋ ਜਿਹੇ ਇਨਸਾਨ ਸਮਾਜ ਦੇ ਵਿੱਚ ਬਹੁਤ ਘੱਟ ਮਿਲਦੇ ਆ। ਕਹਿਣ ਨੂੰ ਜ਼ਰੂਰ ਗੱਲ ਹੁੰਦੀ ਹੈ ਤਨ ਮਨ ਤੇ ਧਨ ਦੇ ਨਾਲ ਅਸੀਂ ਸੇਵਾ ਕਰਾਂਗੇ, ਪਰ ਉਹ ਕਈ ਵਾਰੀ ਬੰਦਾ ਧਨ ਦੇਣ ਲੱਗਾ ਕੰਨੀ ਕਤਰਾ ਜਾਂਦਾ ਹੈ। ਇੰਨਾ ਧਨ ਜਿਸ ਰੂਪ 'ਚ ਇਹਨਾਂ ਨੇ ਧਨ ਦਾ ਸਹਿਯੋਗ ਕੀਤਾ ਹੈ, ਇਸ ਰੂਪ ਦੇ ਵਿੱਚ ਧਨ ਦਾ ਸਹਿਯੋਗ ਕਰਦੇ ਬੰਦੇ ਬਹੁਤ ਘੱਟ ਮਿਲਦੇ ਨੇ ਕਿ ਕਰੋੜਾਂ ਦਾ ਬੈਂਕ ਬੈਲੈਂਸ ਹੋਣ ਤੋਂ ਨਿਕਲ ਕੇ ਉਹ ਸਾਰਾ ਕੁਝ ਲੱਗ ਗਿਆ ਤੇ ਕਰਜ਼ਾ ਚੱਕਣਾ ਪੈ ਗਿਆ। ਕਰਜ਼ਾ ਚੱਕਣ ਤੋਂ ਵੀ ਅੱਗੇ ਜਾ ਕੇ ਜ਼ਮੀਨ ਵੇਚਣੀ ਪੈ ਗਈ। ਪਰ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਪੂਰਾ ਪਰਿਵਾਰ, ਇਹਨਾਂ ਦੀ ਮਿਸੇਜ, ਇਹਨਾਂ ਦਾ ਜਿਸ ਢੰਗ ਦੇ ਨਾਲ ਸਹਿਯੋਗ ਦੇ ਰਹੇ ਨੇ, ਉਹ ਸਾਰੀਆਂ ਗੱਲਾਂ ਨੂੰ ਜਦੋਂ ਸਾਹਮਣੇ ਆਉਂਦੀਆਂ ਨਾ, ਉਦੋਂ ਐਂ ਲੱਗਦਾ ਕਿ ਸੱਚਮੁੱਚ ਅਸੀਂ ਤੇ ਇੱਕ ਭਾਗ ਹਾਂ, ਇੱਕ ਹਿੱਸਾ, ਸਾਡੇ ਤਾਂ ਜ਼ਰੀਏ ਨਾਲ ਇਹ ਕਰਾਉਣਾ ਸੀ।
ਅਸਲ ਇਸ ਅੰਦੋਲਨ ਦੇ ਹੀਰੋ ਇਹ ਬੰਦੇ ਨੇ ਜਿਹੜੇ ਏਡੀ ਵੱਡਾ ਪਾਰਟਿਸਿਪੇਸ਼ਨ ਅੱਜ ਵੀ ਇਹ ਕਹਿ ਰਹੇ ਨੇ ਕਿ ਇਹ ਅੰਦੋਲਨ ਜਦੋਂ ਤੱਕ ਚੱਲੇ ਉਦੋਂ ਤੱਕ ਮੇਰਾ ਇਹ ਸਾਰਾ ਕੁਝ ਹਾਜ਼ਰ ਹੈ, ਚਾਹੇ ਮੈਨੂੰ ਆਪਣਾ ਆਪ ਵੀ ਵੇਚਣਾ ਪਵੇ ਮੇਰਾ ਤਾਂ ਵੀ ਸਭ ਕੁਝ ਹਾਜ਼ਰ ਹੈ। ਔਰ ਉਸ ਤੋਂ ਵੀ ਗਾਹਾਂ ਇਹਨਾਂ ਨੇ ਕਿਹਾ ਕਿ ਅੰਦੋਲਨ ਅਗਰ ਸਮਾਪਤ ਹੁੰਦਾ ਜਿੱਤ ਕੇ ਜਾਂਦੇ ਆ ਲੋਕ ਮੁੜਦੇ ਆ ਤਾਂ ਮੈਂ 5-7 ਦਿਨ ਹਫ਼ਤਾ ਫਿਰ ਵੀ ਲੰਗਰ ਚਲਾਉਂਗਾ ਇੱਥੇ ਵੀ ਕੋਈ ਦਿੱਲੀ ਵਿੱਚ ਘੁੰਮਦਾ ਘਮਾਉਂਦਾ ਕੋਈ ਗੁਰਦੁਆਰਿਆਂ ਦੇ ਦਰਸ਼ਨ ਕਰਦਾ ਕੋਈ ਰਹਿ ਨਾ ਗਿਆ ਹੋਵੇ, ਸਾਰੇ ਜਾਣੇ ਮਤਲਬ ਵਾਪਸ ਸਹੀ ਸਲਾਮਤ ਜਿਵੇਂ ਮੁੜ ਗਏ ਫਿਰ ਮੈਂ ਆਪਦਾ ਮਤਲਬ ਇੱਥੋਂ ਅਗਲਾ ਕਾਰੋਬਾਰ ਸ਼ੁਰੂ ਕਰੂੰਗਾ। ਐਸੇ ਇਨਸਾਨ ਬਹੁਤ ਥੋੜੇ ਹੁੰਦੇ ਆ। ਬੜਾ ਇਹਨਾਂ ਦਾ ਸਮਰਪਣ ਹੈ ਇਸ ਅੰਦੋਲਨ ਨੂੰ ਔਰ ਅਸੀਂ ਕਹਾਂਗੇ ਸਲੂਟ ਹੈ ਸਾਡਾ। ਇਹ ਭਾਵੇਂ ਅਸੀਂ ਅੰਦੋਲਨ ਦੇ ਚਲੋ ਸਾਡੀ ਜ਼ਿੰਮੇਵਾਰੀ ਲੱਗੀ ਹੈ ਕਿ ਸਾਨੂੰ ਲੋਕ ਆਗੂ ਮੰਨਦੇ ਨੇ, ਪਰ ਨਹੀਂ, ਆਗੂਆਂ ਨਾਲੋਂ ਵੱਡਾ ਕੰਮ ਇਹ ਕਰ ਰਹੇ ਨੇ। ਅਸੀਂ ਕੁਝ ਵੀ ਨਹੀਂ ਕਰ ਰਹੇ। ਅਸੀਂ ਤਾਂ ਇੱਕ ਦੂਜੇ ਨਾਲ ਸਗੋਂ ਲੜਦੇ ਹਾਂ ਵੀ ਤੂੰ ਨਹੀਂ ਉਹ ਕਰਦਾ ਮੈਂ ਇਹ ਕਰਦਾ, ਦੂਜਾ ਕਹਿੰਦਾ ਮੈਂ ਕਰਦਾ ਤੂੰ ਨਹੀਂ ਆ ਕਰ ਰਿਹਾ। ਯਾਰ ਇਹੋ ਜਿਹੇ ਬੰਦੇ ਕਿਸੇ ਨੂੰ ਦਿਸਦੇ ਹੀ ਨਹੀਂ ਹੈ ਨਾ, ਜਿਹੜੇ ਕੁਝ ਕਰੀ ਜਾਂਦੇ ਆ, ਜਿਹੜੇ ਸਾਰੇ ਦਾ ਸਾਰਾ ਕੁਝ ਆਪਦਾ ਧਨ ਦੌਲਤ ਸਭ ਕੁਝ ਇਸ ਅੰਦੋਲਨ ਦੇ ਲੇਖੇ ਲਾਤੀ। ਸੋ ਮੈਂ ਕਹੂੰਗਾ ਵਾਹਿਗੁਰੂ ਮਿਹਰ ਕਰਨ, ਰਹਿਮਤ ਕਰਨ, ਇਹਨਾਂ ਨੂੰ ਫਿਰ ਦੁਬਾਰਾ ਮਤਲਬ ਇੰਨੀ ਹਿੰਮਤ ਦੇਣ ਔਰ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਨੂੰ ਮੁੜ ਉਦੋਂ ਵੀ ਪ੍ਰਮਾਤਮਾ ਮਿਹਰ ਕਰੇ ਕਿ ਉੱਚੀਆਂ ਬੁਲੰਦੀਆਂ ਤੇ ਲੈ ਕੇ ਜਾਵੇ। ਰਾਣਾ ਜੀ, ਇੱਕ ਪਾਸੇ ਸਰਕਾਰਾਂ ਜਿਹੜੀਆਂ ਉਹ ਹਿੰਦੂ ਸਿੱਖਾਂ ਦੇ ਵਿੱਚ ਪਾੜ ਪਾਉਣ ਦੀ ਕੋਸ਼ਿਸ਼ ਕਰਦੀਆਂ ਨੇ ਤੇ ਅੱਜ ਤੁਸੀਂ ਉੱਥੇ ਹੀ ਅੱਜ ਖਾਲਸਾ ਸਾਜਨਾ ਦਿਵਸ ਵਾਲੇ ਦਿਨ ਤੁਸੀਂ ਇੱਥੇ ਪਾਠ ਕਰਵਾਇਆ। भाई जी, ये हिंदू मुस्लिम या सिख किसने बनाए हैं? ये एक सियासत है। नहीं, भाईचारे से बढ़ के कुछ नहीं है। इंसान की रूह से बढ़ के कोई रूह नहीं है। जिस परमात्मा ने अगर इंसान बनाया, वो जब पैदा होता है ना तो बच्चे के माथे में नहीं लिखा होता ये हिंदू है मुस्लिम है। ये तो एक चलो ठीक है, जो भी धर्म है मैं सभी धर्मों को बराबर मानता हूँ। मैंने कभी ये नहीं सोचा कि भाई मैं एक हिंदू धर्म में हूँ तो नहीं दूसरा नहीं। हर धर्म का सिर्फ एक ही रास्ता है और एक ही फार्मूला है, सबसे बड़ी है सच्चाई और मानव सेवा। और जिसने कर ली वो धर्म देख के कर ली तो फिर करने का फायदा नहीं। अगर धर्म ही देखना है तो फिर तो जरूरत ही नहीं है करने की। और जब एक इंसानियत देखनी है और एक सेवा करनी है तो सभी धर्म बराबर है। और मैं सौभाग्यशाली मानता हूँ कि उस परमात्मा ने, उस वाहिगुरु ने, उस अल्लाह ने मेरे को इस लायक बनाया है कि मैं जितने भी भाई यहाँ में खुश रहते हैं मैं उनको खुश रख पाता हूँ। बस मेरा सौभाग्य है। ਅੱਜ ਸਿੱਖਾਂ ਦੇ ਵਾਸਤੇ ਬਹੁਤ ਵੱਡਾ ਦਿਨ ਆ ਵਿਸਾਖੀ ਦਾ, ਇਹ ਖਾਲਸਾ ਸਾਜਨਾ ਦਿਵਸ ਸੀਗਾ ਤੇ ਉਸ ਮੌਕੇ ਤੇ ਤੁਸੀਂ ਇੱਥੇ ਪਾਠ ਕਰਾਇਆ। ਸੇਵਾ ਤਾਂ ਤੁਸੀਂ ਪਹਿਲੇ ਦਿਨ ਤੋਂ ਹੀ ਕਰ ਰਹੇ ਹੋ ਤੁਸੀਂ, ਤੇ ਕੀ ਲੱਗਦਾ ਫਲ ਦੀ ਵੀ ਚਿੰਤਾ ਕਰਦੇ ਹੋ ਕਿ ਮੇਰਾ ਆਹ ਵਿਕ ਗਿਆ ਉਹ ਵਿਕ ਗਿਆ ਵੀ ਕੋਈ ਰੱਬ ਮੈਨੂੰ ਕੋਈ ਮਦਦ ਵੀ ਕਰੂ? ऐसे है जी, अगर मैं ये चिंता करता तो मैं बेचता क्यों? मेरे को कोई किसी का ये प्रेशर नहीं है कि भाई आपने लंगर चलाना है या आपने होटल किसानों को देना है। मेरा सब कुछ मेरा ही तो था, अब भी मेरा ही है। लेकिन मेरा करने से मेरा नहीं होता। वो एक समय होता है, अगर उस समय को हम समझ लें, उस क्षण को हम समझ लें तो ये शरीर भी अपना नहीं है। तो ये तो है ही कुछ नहीं। राणा जी ने समा सही समझे। बहुत छोटे से सौदे हैं ये तो आनी जानी चीज है। पता नहीं आज किसके पास है तो कल किसके पास है। मैंने नहीं समझा, उस परमात्मा ने मेरे को बस कुछ खून में लगा लो या मन में लगा लो या आत्मा में लगा लो, शुरू से ही बस एक मेल जोल सा समीकरण बनते हैं और उसमें सेवा मिली है तो उसको निभाएंगे और आखिरी दिन तक। ये अंदोलन खत्म होने तो कुछ देर बाद फिर तुहानू दुख तां नहीं होगा भी मैं गलत चुनिया सीगा वो समा? ऐसा है, मैं आपको बता चुका हूँ, अगर मेरे पास कोई दबाव नहीं है, अगर मैं गलत सोचता तो अब तक बहुत कुछ खोया नहीं है। लेकिन कुछ समय के लिए वो शायद मेरे से बिछड़ गया है। वो पैसा हो, वो जमीन हो, वो मकान हो, लेकिन खुद तक कभी कुछ नहीं है। जो सही खोने की चीज है वो होती है किसी के मुंह से बद्दुआ लेना। जो बद्दुआ निकलती है वो सब कुछ खो जाता है। और पाना वो होता है जो किसी के मुख से दुआ ले। तो मेरे को सिर्फ जितनी दुआएं मेरे को मिली हैं, शायद धरती पे मैं तो जानता नहीं मेरे से ज्यादा सौभाग्यशाली कोई होगा दुआ के मामले में। तो मेरे को किसी चीज की परमात्मा कमी पहले भी नहीं है और आगे भी नहीं आने देगा। जब उनके रास्ते पे चले हैं तो खुद संभालेंगे, जो कुछ होएगा। करने वाला भी वही है और करवाने वाला भी वही है। सिरसा साहब, सरकार ने इस अंदोलन च बहुत कोशिश की कि हिंदू सिख करके, हिंदू मुसलमान करके इस अंदोलन नूं बखेर दीए, पर इदां दे जदों वीर हिंदू वीर आके इत्थे सेवा करदे ने, खालसा साजना दिवस वाले दिन पाठ कराउंदे ने, किद्दां दा लगदा?
ਇਸ ਤੋਂ ਇਹ ਸਾਨੂੰ ਇੱਕ, ਜਿਸ ਤਰ੍ਹਾਂ ਕਿ ਪਹਿਲਾਂ ਗੱਲ ਕਹੀ ਕਿ ਇਹ ਜਿਹੜਾ ਇਸ ਟਾਈਮ ਤੇ ਕਿਸਾਨ ਅੰਦੋਲਨ ਚੱਲ ਰਿਹਾ ਹੈ, ਇਹ ਇੱਕ ਬਹੁਤ ਵੱਡੀ ਇੱਕ ਇਤਿਹਾਸਕ ਘਟਨਾ, ਇਸ ਤੋਂ ਪਹਿਲਾਂ ਕਦੇ ਵੀ ਇਤਿਹਾਸ ਦੇ ਵਿੱਚ ਅੱਜ ਤੱਕ ਸੁਣਿਆ ਨਹੀਂ। ਔਰ ਮੈਂ ਆਪਣੀ ਇਸ ਉਮਰ ਦੇ ਵਿੱਚ, ਇੰਨੀ ਉਮਰ ਦੇ ਵਿੱਚ, 80 ਸਾਲ ਦੀ ਉਮਰ ਦੇ ਵਿੱਚ, ਮੈਂ ਅੱਜ ਤੱਕ, ਕਿਉਂਕਿ ਸੰਘਰਸ਼ਾਂ ਦੇ ਵਿੱਚ ਇਹ ਨਿਕਲਿਆ ਸਾਡਾ ਜੀਵਨ ਜਿਹੜਾ, ਇਸ ਤਰ੍ਹਾਂ ਦਾ ਸੰਘਰਸ਼ ਕਦੇ ਵੇਖਿਆ ਨਹੀਂ ਤੇ ਨਾ ਕਦੇ ਸੁਣਿਆ ਸੀ। ਔਰ ਇਹ ਜਿਹੜਾ ਸੰਘਰਸ਼ ਹੈ, ਇਹਦੇ ਵਿੱਚ ਕੌਣ ਕੌਣ ਯੋਗਦਾਨ ਪਾ ਰਿਹਾ ਹੈ, ਚੱਲਿਆ ਕਿਵੇਂ, ਕਿੱਥੋਂ ਚੱਲਿਆ ਤੇ ਕਿੱਥੇ ਪਹੁੰਚਿਆ, ਔਰ ਇਹਦੇ ਵਿੱਚ ਕਿੰਨਾ ਕਿੰਨਾ ਲੋਕਾਂ ਦਾ ਯੋਗਦਾਨ ਹੈ, ਕਿਸ ਕਿਸ ਤਰ੍ਹਾਂ ਦੇ ਲੋਕ ਨੇ। ਇੱਥੇ ਤੁਸੀਂ ਵੇਖਿਆ ਕਿ ਕਿਸ ਕਿਸ ਤਰ੍ਹਾਂ ਦੀਆਂ ਸੇਵਾ ਹੋਈਆਂ। ਕੁਝ ਤਾਂ ਉਹ ਵੀ ਲੋਕ ਕਿ ਜਿਹੜੇ ਸ਼ਹਾਦਤ ਦਾ ਜੰਮ ਪੀ ਗਏ, ਬਾਬਾ ਰਾਮ ਸਿੰਘ ਸਿੰਘੜੇ ਵਰਗੇ, ਜਾਂ ਹੋਰ ਵੀ ਬਹੁਤ ਸਾਰੇ। ਕੁਝ ਉਹ ਸਾਡੇ ਨੌਜਵਾਨ, ਮਤਲਬ ਕਿ ਬੱਚੇ, 17 ਸਾਲ ਦੇ ਬੱਚੇ ਜਿਹੜੇ ਨੇ, ਉਹ ਐਕਸੀਡੈਂਟ ਰਾਹੀਂ ਉਹਨਾਂ ਦੀਆਂ ਜਿਹੜੀਆਂ ਸੀ ਉਹ ਜ਼ਿੰਦਗੀਆਂ ਇਸ ਸੰਘਰਸ਼ ਦੇ ਲੇਖੇ ਲੱਗ ਗਈਆਂ, ਔਰ ਉਹਨਾਂ ਪਰਿਵਾਰਾਂ ਦੇ ਨਾਲ ਕੀ ਬੀਤਦੀ ਹੈ। ਇਸੇ ਤਰ੍ਹਾਂ ਦਿੱਲੀ ਪੁਲਿਸ ਦੀ ਗੋਲੀ ਦੇ ਨਾਲ ਵੀ ਇੱਕ ਲੜਕਾ ਜਿਹੜਾ ਨਵਰੀਤ ਸਿੰਘ ਜਿਹੜਾ ਉਹ ਸ਼ਹੀਦ ਹੁੰਦਾ। ਸੋ ਇਹਦੇ ਵਿੱਚ ਸੰਘਰਸ਼ ਦੇ ਵਿੱਚ ਕਿਸ ਕਿਸ ਤਰ੍ਹਾਂ ਕੌਣ ਕੌਣ ਯੋਗਦਾਨ ਪਾ ਰਿਹਾ, ਤੇ ਉਹਨਾਂ ਦੇ ਵਿੱਚੋਂ ਇੱਕ ਰਾਮ ਸਿੰਘ ਰਾਣਾ। ਔਰ ਰਾਣਾ ਦਾ ਇਹ ਜਿਹੜਾ ਹੱਟ ਹੈ, ਇਹਦਾ ਨਾਂ ਹੈ ਗੋਲਡਨ ਹੱਟ। ਮੈਂ ਤਾਂ ਕਹਿਣਾ ਹੈ ਕਿ ਇਹ ਗੋਲਡਨ, ਪਹਿਲਾਂ ਹੀ ਗੋਲਡਨ, ਇਹਦਾ ਨਾਂ ਹੀ ਗੋਲਡਨ ਹੈ। ਤੇ ਇਹ ਮੇਰਾ ਖਿਆਲ ਹੈ ਕਿ ਪਰਮੇਸ਼ਰ ਨੇ ਇਹਨਾਂ ਦੇ ਕੋਲੋਂ ਹੋਰ ਬੜੇ ਨਾਂ ਸੀ, ਇਹਦਾ ਗੋਲਡਨ ਹੱਟ ਨਾਂ ਯਾਰ ਕਿਉਂ ਰੱਖਿਆ ਗਿਆ? गोल्डन हट है ये, गोल्डन हट नहीं है ये गोल्डन हट है जी, ये परमात्मा ही है बस। पता नहीं, अब मेरे को तो खुद नहीं पता कैसे तो ये नाम रखा गया, कैसे ये जगह बनी और कैसे ये सेवा मिली, वो करने वाला कुदरत है। गोल्डन हट ही है, ਗੋਲਡਨ ਹਾਰਟ ਦਾ ਨਾਮ ਗੋਡ ਇਨ ਹੱਟ ਕਰਤਾ ਵੀ ਰੱਬ ਦਾ ਘਰ ਹੈ। ਬਿਲਕੁਲ ਬਿਲਕੁਲ ਰੱਬ ਦਾ ਘਰ ਹੈ, ਤੇ ਇਹ ਵਾਕਿਆ ਹੀ ਰੱਬ ਦਾ ਘਰ ਹੈ। ਠੀਕ ਹੈ, ਇੱਥੇ ਅੱਜ ਵੇਖੋ, ਅੱਜ ਵਿਸਾਖੀ ਦਾ ਜਿਹੜਾ ਖਾਲਸੇ ਦਾ ਸਾਜਨਾ ਦਿਵਸ ਹੈ, ਉਹ ਕਿੰਨਾ ਇਹਨਾਂ ਨੇ ਵਧੀਆ ਤਰੀਕੇ ਨਾਲ ਮਨਾਇਆ, ਮਰਜ਼ਾਦਾ ਦੇ ਨਾਲ। ਪਰਸੋਂ ਅਖੰਡ ਪਾਠ ਸਾਹਿਬ ਆਰੰਭ ਕਰਾਏ, ਅੱਜ ਭੋਗ ਪਏ, ਉਸ ਤੋਂ ਬਾਅਦ ਢਾਡੀ ਸਿੰਘ ਲੱਗੇ, ਫਿਰ ਸੰਗਤ ਆਈ ਆ, ਲੰਗਰ ਤਿਆਰ ਹੋਏ ਨੇ। ਸੋ ਇਹਨਾਂ ਦੀ ਜਿਹੜੀ ਸੋਚ ਹੈ, ਮੈਂ ਉੱਥੇ ਆਵਾਂ ਕਿ ਜਿਹੜੀ ਇਹਨਾਂ ਦੀ ਸੋਚ ਅੱਜ ਵੀ ਹੈ ਕਿ ਇਸ ਸੰਘਰਸ਼ ਨੂੰ ਜਿੱਤਣ ਵਾਸਤੇ ਕੁਝ ਵੀ ਲੱਗ ਜਾਏ। ਜਿਵੇਂ ਕਿ ਇਹਨਾਂ ਦੀ, ਮੇਰੀ ਪਹਿਲਾਂ ਇੱਥੇ ਗੱਲਬਾਤ, ਜਦੋਂ ਮੈਂ ਇਹਨਾਂ ਨਾਲ ਕਈ ਦਿਨ ਪਹਿਲਾਂ ਇੱਥੇ ਆਇਆ ਸੀ, ਤੇ ਇਹਨਾਂ ਨੂੰ ਮੈਂ ਪੁੱਛਿਆ ਕਿ ਤੁਹਾਡੀ ਇਹ ਸੋਚ ਇਸ ਪਾਸੇ ਕਿਵੇਂ ਗਈ, ਤੁਸੀਂ ਇਧਰ ਤੁਹਾਡਾ ਜਿਹੜਾ ਇਸ ਪਾਸੇ ਲਗਾਵ ਕਿਵੇਂ ਹੋਇਆ? ਤੇ ਇਹਨਾਂ ਨੇ ਫਿਰ ਮੈਨੂੰ ਸਾਰੀ ਕਹਾਣੀ ਜਿਹੜੀ ਸੀ ਉਹ ਦੱਸੀ, ਬੜੀ ਲੰਬੀ ਚੌੜੀ ਹੈ। ਪਰ ਇਹਨਾਂ ਦੀ ਇੱਕ ਸੋਚ ਸੀ, ਮੈਨੂੰ ਦੱਸਿਆ ਕਿ ਮੇਰੇ ਕੋਲੇ 1 ਕਰੋੜ ਤੋਂ ਉੱਤੇ ਵੀ ਕੋਈ 1.25 ਕਰੋੜ ਰੁਪਇਆ ਜਿਹੜਾ ਸੀ ਬੈਂਕ ਬੈਲੈਂਸ ਸੀ ਜਦੋਂ ਇਹ ਲੰਗਰ ਸ਼ੁਰੂ ਕੀਤੇ ਨੇ। ਉਸ ਤੋਂ ਬਾਅਦ ਇਹਨਾਂ ਕਿਹਾ ਕਿ ਮੈਨੂੰ ਕੁਝ ਲੋਨ ਵੀ ਲੈਣਾ ਪਿਆ, ਤੇ ਫਿਰ ਬਾਅਦ ਦੇ ਵਿੱਚ ਇਹਨਾਂ ਨੂੰ ਕੁਝ ਜ਼ਮੀਨ ਵੀ ਜਿਹੜੀ ਹੈ, ਜਿਸ ਤਰ੍ਹਾਂ ਇਹਨਾਂ ਦੱਸਿਆ ਕਿ ਇਹਨਾਂ ਦੇ ਪਿਤਾ ਜੀ ਨੇ ਜਿਹੜੀ ਸੀ, ਆਪ ਜਦੋਂ ਪਤਾ ਲੱਗਾ ਕਿ ਬੇਟੇ ਦੇ ਕੋਲ ਹੁਣ ਥੋੜਾ ਜਿਹਾ ਮਾਂ ਪੱਖੋਂ ਹੱਥ ਟਾਈਟ ਹੈ, ਤੇ ਉਹਨਾਂ ਨੇ ਵੀ ਲੰਗਰਾਂ 'ਚ ਕੋਈ ਕਮੀ ਨਾ ਆਵੇ, ਤੇ ਉਹਨਾਂ ਨੇ ਇਹ ਵੀ ਕੰਮ ਜਿਹੜਾ ਕਰਤਾ। ਸੋ ਇੱਕ ਦਿਨ ਤੇ ਫਿਰ ਅੱਜ ਉਹਨਾਂ ਦੀ ਸੋਚ ਕੀ ਆ, ਇਹਨਾਂ ਕੁਝ ਕਰਕੇ ਵੀ ਤੁਹਾਡੇ ਸਾਹਮਣੇ ਉਹ ਕੀ ਕਹਿ ਰਹੇ। ਸੋ ਉਹਨਾਂ ਦੀ ਕੋਈ ਸੋਚ ਹੈ ਕਿ ਇਹ ਜਿਹੜਾ ਸੰਘਰਸ਼ ਹੈ ਇਹ ਜਿੱਤਿਆ ਜਾਣਾ ਚਾਹੀਦਾ, ਔਰ ਬੇਸ਼ੱਕ ਦੇ ਮੇਰਾ ਜਿੰਨਾ ਮਰਜ਼ੀ ਜਿਹੜਾ ਉਹ ਖਰਚਾ ਹੈ, ਤੇ ਨਾਲ ਉਹਨਾਂ ਦਾ ਇਹ ਕਹਿਣਾ ਕਿ ਵੱਧ ਤੋਂ ਵੱਧ ਆਓ ਔਰ ਇੱਥੇ ਆਓ, ਇੱਥੇ ਆ ਕੇ ਲੰਗਰ ਪਾਣੀ ਜਿਹੜਾ ਇੱਥੇ ਛਕੋ, ਇੱਥੇ ਰਹਿਣ ਦਾ ਹਰ ਤਰ੍ਹਾਂ ਦਾ ਪ੍ਰਬੰਧ ਹੈ। ਉਹਨਾਂ ਦੀ ਇੱਕੋ ਇੱਕ ਮਨਸਾ ਹੈ ਕਿ ਸੰਘਰਸ਼ ਜਿੱਤਿਆ ਜਾਣਾ ਚਾਹੀਦਾ। ਮੈਂ ਅਕਾਲ ਪੁਰਖ ਦੇ ਚਰਨਾਂ 'ਚ ਹੀ ਬੇਨਤੀ ਕਰਾਂਗਾ, ਅਰਦਾਸ ਕਰਾਂਗਾ ਕਿ ਸੱਚੇ ਪਾਤਸ਼ਾਹ ਇਹਨਾਂ ਦੀ ਜਿਹੜੀ ਭਾਵਨਾ ਉਹਨੂੰ ਜਲਦੀ ਤੋਂ ਜਲਦੀ ਪੂਰਾ ਕਰੇ, ਜਿਹਨੂੰ ਲੈ ਕੇ ਪੂਰੀ ਦੁਨੀਆ ਦਾ ਧਿਆਨ ਇਸ ਸੰਘਰਸ਼ ਵੱਲ ਲੱਗਿਆ। ਕਿ ਉਹ ਦਿਨ ਕਦੋਂ ਆਵੇਗਾ ਜਦੋਂ ਇੱਥੋਂ ਜਿੱਤ ਕੇ ਤਾਂ ਅਸੀਂ ਖੁਸ਼ੀਆਂ ਦੇ ਨਗਾਰੇ ਵਜਾਉਂਦੇ ਜਾਵਾਂਗੇ, ਤੇ ਇੱਥੋਂ ਵੀ ਰਾਮ ਸਿੰਘ ਜੀ ਰਾਣਾ ਨੂੰ ਵੀ ਇੱਥੋਂ ਜਿਹੜਾ ਫੁੱਲਾਂ ਦੇ ਹਾਰ ਜਿਹੜੇ ਨੇ ਉਹ ਪਾਏ ਜਾਣਗੇ। ਉਸ ਤੋਂ ਬਾਅਦ ਇਤਿਹਾਸ ਹੀ ਲਿਖਿਆ ਜਾਏਗਾ। ਔਰ ਇਹਦੇ ਨਾਲ ਨਾਲ ਮੈਂ ਇੱਕ ਛੋਟੀ ਜੀ ਅਪੀਲ ਵੀ ਆਪਣੇ ਜਿਹੜਾ ਸਾਡੇ NRI ਵੀਰ ਨੇ ਜਾਂ ਹੋਰ ਨੇ, ਉਹਨਾਂ ਨੂੰ ਬੇਨਤੀ ਕਰਾਂਗਾ ਕਿ ਮੌਕੇ ਦੇ ਹਾਲਾਤਾਂ ਨੂੰ ਦੇਖਦੇ ਸਾਨੂੰ ਰਾਮ ਸਿੰਘ ਰਾਣਾ ਜੀ ਦੀ ਜਿਹੜੀ ਆ ਉਹ ਆਰਥਿਕ ਸਹਾਇਤਾ ਵੀ ਜਿੰਨੀ ਹੋ ਸਕੇ ਉਹ ਸਾਨੂੰ ਮਤਲਬ ਕਰਨੀ ਚਾਹੀਦੀ ਆ। ਇਹ ਠੀਕ ਹੈ ਕਿ ਉਹਨਾਂ ਦੀ ਜਿਹੜੀ ਆ ਉਹ ਸੋਚ ਤਾਂ ਬੜੀ ਉੱਚੀ ਹੈ, ਸੁੱਚੀ ਹੈ, ਪਰ ਅਸੀਂ ਮੌਕੇ ਦੇ ਹਾਲਾਤਾਂ ਨੂੰ ਦੇਖਦਾ ਹੀ ਕਿ ਉਹਨਾਂ ਦਾ ਹੱਥ ਜਿਹੜਾ ਉਹ ਟਾਈਟ ਹੋ ਰਿਹਾ, ਤੇ ਅਸੀਂ ਇਹ 'ਚ ਆਪਣਾ ਸਹਿਯੋਗ ਦੇ ਕੇ ਤੇ ਇਹਨਾਂ ਦਾ ਇਸ ਤਰ੍ਹਾਂ ਕੰਮ ਜਿਹੜਾ ਚੱਲਦਾ ਰਹੇ, ਔਰ ਗੁਰੂ ਕਿਰਪਾ ਕਰੇ ਇਹਨਾਂ ਨੂੰ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰੇ, ਤੇ ਜਲਦੀ ਤੋਂ ਜਲਦੀ ਇਹ ਸੰਘਰਸ਼ ਜਿੱਤਿਆ ਜਾਵੇ, ਤੇ ਇਹ ਇਹਨਾਂ ਦੀਆਂ ਆਸਾਂ ਜਿਹੜੀਆਂ ਪੂਰੀਆਂ ਹੋਣ, ਤੇ ਗੁਰੂ ਦਾ ਸ਼ੁਕਰਾਨਾ ਕਰ ਸਕਣ। ਡੱਲੇਵਾਲ ਸਾਹਿਬ, 2 ਸਵਾਲ ਆਪਾਂ ਥੋੜੇ ਸੰਘਰਸ਼ ਦੇ ਕਰ ਲਈਏ। ਹੁਣ ਅੱਗੇ ਕੀ ਰਣਨੀਤੀ ਬਣ ਰਹੀ ਹੈ? ਕੋਈ ਹੋਰ ਪ੍ਰੋਗਰਾਮ ਵੀ ਆਏਗਾ, ਜਾਂ ਹੁਣ ਸੰਸਦ ਘਿਰਾਓ ਵਾਲੇ ਪ੍ਰੋਗਰਾਮ ਦੀ ਹੀ ਤਿਆਰੀ ਕੀਤੀ ਜਾਏਗੀ? ਨਹੀਂ, ਇਹਦੇ ਵਿੱਚ ਦੇਖੋ, ਪ੍ਰੋਗਰਾਮ ਤਾਂ ਸਮੇਂ ਦੇ ਉੱਤੇ, ਹਜੇ ਸੰਸਦ ਦੇ ਪ੍ਰੋਗਰਾਮ ਦੇ ਵਿੱਚ ਟਾਈਮ ਹੈ। ਉਸ ਤੋਂ ਪਹਿਲਾਂ ਕਿਸੇ ਵੀ ਟਾਈਮ ਉੱਤੇ ਮੀਟਿੰਗ ਦੇ ਵਿੱਚ ਕੋਈ ਪ੍ਰੋਗਰਾਮ ਤੈਅ ਹੋ ਸਕਦਾ। ਜਿਵੇਂ ਤੁਹਾਨੂੰ ਪਤਾ ਹੈ ਕਿ ਕੱਲ ਨੂੰ ਵੀ
ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਦਿਨ ਮਨਾਉਣਾ ਹੈ, ਸਾਰੇ ਹੀ ਬਾਰਡਰਾਂ ਦੇ ਉੱਤੇ ਮਨਾਉਣਾ, ਪੂਰੇ ਦੇਸ਼ ਦੇ ਵਿੱਚ ਮਨਾਉਣ ਦਾ ਪ੍ਰੋਗਰਾਮ ਲਿਖਿਆ ਗਿਆ। ਨਾਲ ਦੀ ਨਾਲ ਇੱਥੇ ਮਜ਼ਦੂਰ ਦਿਵਸ ਮਨਾਉਣ ਦਾ ਵੀ ਪ੍ਰੋਗਰਾਮ ਰੱਖਿਆ ਗਿਆ ਹੈ। ਨਾਲ ਦੀ ਨਾਲ ਇੱਕ ਇੱਥੇ 18 ਤਰੀਕ ਨੂੰ ਸਹਿਯੋਗ ਦਿਵਸ ਮਨਾਇਆ ਜਾਣਾ ਐਸੇ ਇਲਾਕੇ ਦੇ ਲੋਕਾਂ ਦੇ ਨਾਲ। ਇਹ ਇਹੋ ਜਿਹੀਆਂ ਮਤਲਬ ਸਾਡਾ ਯਤਨ ਹੈ ਕਿ ਜਿਸ ਤਰ੍ਹਾਂ ਸਰਕਾਰ ਕੋਸ਼ਿਸ਼ਾਂ ਕਰ ਰਹੀ ਹੈ ਅੰਦੋਲਨ ਨੂੰ ਤੋੜਨ ਦੀਆਂ, ਸਰਕਾਰ ਦਾਅ ਪੇਚ ਖੇਡ ਰਹੀ ਹੈ, ਉਹ ਪ੍ਰਮਾਤਮਾ ਮਿਹਰ ਕਰ ਰਿਹਾ ਹੈ। ਇਹ ਲੱਖ ਯਤਨ ਕਰ ਲੈਣ, ਇਹਨਾਂ ਦੀ ਕਿਸੇ ਗੱਲ ਦੇ ਵਿੱਚ ਸਫਲਤਾ ਨਹੀਂ ਮਿਲ ਰਹੀ ਇਹਨਾਂ ਨੂੰ, ਔਰ ਅੱਗੋਂ ਲੋਕਾਂ ਨੂੰ ਆਪਣੇ ਆਪ ਮਤਲਬ ਉਹਨੂੰ ਮੋੜਵਾਂ ਜਵਾਬ ਉਸ ਤਰੀਕੇ ਨਾਲ ਮਿਲ ਰਿਹਾ ਹੈ। ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਾਡਾ ਪਾਰਲੀਮੈਂਟ ਦਾ ਪ੍ਰੋਗਰਾਮ ਹੈ ਉਹਦੀ ਤੱਕ ਹਜੇ ਟਾਈਮ ਹੈ, ਮੀਟਿੰਗਾਂ ਹੋਣਗੀਆਂ, ਮੀਟਿੰਗਾਂ ਦੇ ਵਿੱਚ ਕਿਸ ਤਰ੍ਹਾਂ ਕਰਨਾ, ਕਿਵੇਂ ਕਰਨਾ ਹੈ, ਉਹ ਮੌਕੇ ਦੀ ਨਜ਼ਾਕਤ ਨੂੰ ਕਈ ਵਾਰੀ ਵੇਖ ਕੇ ਪ੍ਰੋਗਰਾਮ ਨੂੰ ਕਿੱਧਰ ਨੂੰ ਮੋੜਨਾ, ਉਹ ਸਾਰਾ ਕੁਝ ਅਜੇ ਮਤਲਬ ਟਾਈਮ ਨੇੜੇ ਆਊਗਾ, ਜਿਵੇਂ ਉਵੇਂ ਹਾਲਾਤਾਂ ਦੇ ਮੁਤਾਬਕ ਉਹ ਪ੍ਰੋਗਰਾਮ ਹੋਣਾ ਹੈ। ਔਰ ਉਹਨਾਂ ਟਾਈਮ ਤੋਂ ਪਹਿਲਾਂ ਜਿਹੜੇ ਉਹ ਬਹੁਤ ਸਾਰੇ ਮੀਟਿੰਗਾਂ ਹੋਣਗੀਆਂ। ਸਾਡੀ ਹਰ ਸ਼ੁੱਕਰਵਾਰ ਨੂੰ ਮੀਟਿੰਗ ਕਰਨ ਦਾ ਪ੍ਰੋਗਰਾਮ ਬਣਿਆ ਸੰਯੁਕਤ ਮੋਰਚੇ ਦੀ, ਉਹਦੇ ਵਿੱਚ ਅਸੀਂ ਬਦਲਦੇ ਰਹਾਂਗੇ, ਲੈਂਦੇ ਰਹਾਂਗੇ। ਜਿਹੜਾ ਬੀਤੇ ਦਿਨ KMP ਦਾ ਜਾਮ ਕੀਤਾ ਸੀਗਾ, ਲੱਖਾ ਸਿਧਾਣਾ ਵੀ ਉਹ 'ਚ ਪਹੁੰਚਿਆ, ਸਾਰੇ ਆਗੂ ਸਿਰਸਾ ਸਾਹਿਬ ਹੋਰੀ ਵੀ ਸੀਗੇ। ਹੁਣ ਕੀ ਲੱਗਦਾ ਹੁਣ ਅੱਗੇ ਉਹਨਾਂ ਬਾਰੇ ਕੀ, ਲੱਖੇ ਸਿਧਾਣੇ ਹੋਰਾਂ ਨੂੰ ਹੁਣ ਸਟੇਜ ਤੇ ਇੱਥੇ ਬੁਲਾਇਆ ਜਾਏਗਾ ਕਿ ਨਹੀਂ? ਦੇਖੋ, ਮੈਂ ਕਹੂੰਗਾ ਕਿ ਸਾਡੇ ਜਥੇਬੰਦੀਆਂ ਨੇ ਫੈਸਲਾ ਲੈ ਲਿਆ, ਜਿਹੜਾ ਲੈ ਲਿਆ ਵਧੀਆ ਲੈ ਲਿਆ। ਉਹ ਇਕੱਲੇ ਇੱਕ ਜਥੇਬੰਦੀ ਦਾ ਪ੍ਰੋਗਰਾਮ ਨਹੀਂ ਹੁੰਦਾ, ਇਹ ਸੰਯੁਕਤ ਮੋਰਚੇ ਦਾ ਪ੍ਰੋਗਰਾਮ ਹੈ, ਦੇਸ਼ ਲੈਵਲ ਦਾ ਪ੍ਰੋਗਰਾਮ ਹੈ, ਕਿਉਂਕਿ ਅੰਦੋਲਨ ਬਹੁਤ ਵੱਡਾ ਹੈ, ਇਹ ਦੇਸ਼ ਦਾ ਅੰਦੋਲਨ ਹੈ। ਸਾਨੂੰ ਹਰ ਇੱਕ ਕਦਮ ਬੜਾ ਸੋਚ ਕੇ ਤੇ ਸਾਰੇ ਭਰਾਵਾਂ ਨੂੰ ਨਾਲ ਲੈ ਕੇ ਚੱਕਣਾ ਪੈ ਰਿਹਾ ਹੈ। ਕਿਸੇ ਦੀ ਵੀ ਨਾਰਾਜ਼ਗੀ ਨਾ ਹੋਵੇ, ਹਰ ਇੱਕ ਸਾਡੇ ਨਾਲ ਸਹਿਮਤ ਹੋ ਕੇ ਖੜੇ, ਔਰ ਅਸੀਂ ਵੀ ਉਹਨਾਂ ਨਾਲ ਸਹਿਮਤ ਹੋਈਏ, ਤਾਂ ਹੀ ਅੰਦੋਲਨ ਜਿੱਤਿਆ ਜਾਣਾ ਹੈ। ਸੋ ਇਸ ਕਰਕੇ ਸਾਰਿਆਂ ਦੀ ਸਹਿਮਤੀ ਨਾਲ ਜਿਵੇਂ ਸਟੈਪ ਚੱਕਿਆ ਹੈ ਉਹ ਚੱਕਿਆ, ਉਹ ਇੱਕ ਬੰਦੇ ਨੇ ਨਹੀਂ ਚੱਕਿਆ, ਨਾ ਕੋਈ ਇੱਕ ਚੱਕ ਸਕਦਾ ਹੈ। ਔਰ ਬਾਕੀ ਗੱਲ ਇਹ ਕਿ ਅਗਲਾ ਜਿਹੜਾ ਸਮਾਂ ਹੋਏਗਾ, ਅਗਲਾ ਸਮਾਂ ਜਿਵੇਂ ਦਾ ਸਮਾਂ ਆਏਗਾ, ਉਹਦੇ ਮੁਤਾਬਕ ਅੰਦੋਲਨ ਨੂੰ ਮਜ਼ਬੂਤ ਕਰਨ ਦੇ ਲਈ ਸਾਡੀ ਕੋਸ਼ਿਸ਼ ਹੈ ਕਿ ਹਰ ਵਰਗ ਇਸ ਅੰਦੋਲਨ ਦਾ ਪਾਰਟ ਬਣੇ, ਹਰ ਵਿਅਕਤੀ ਇਸ ਅੰਦੋਲਨ ਦਾ ਹਿੱਸਾ ਬਣੇ, ਤਾਂ ਕਿ ਇਸ ਅੰਦੋਲਨ ਨੂੰ ਜਿੱਤਿਆ ਜਾ ਸਕੇ। ਕੱਲ੍ਹ ਬਡੋਲੀ ਦੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਦਾ ਪ੍ਰੋਗਰਾਮ ਹੈ, ਉਹਨਾਂ ਨੇ ਆਉਣਾ ਹੈ। ਉਮੀਦ ਲੱਗ ਰਹੀ ਹੈ ਕਿ ਕਾਫੀ ਫੇਰ ਉਹਨਾਂ ਦਾ ਉੱਥੇ ਵਿਰੋਧ ਹੋ ਸਕਦਾ ਹੈ। ਮਤਲਬ ਪੁਲਿਸ ਬਲ ਬਹੁਤ ਲੱਗਣਾ ਸ਼ੁਰੂ ਹੋ ਚੁੱਕਿਆ, ਉਹਦੇ ਵਾਸਤੇ ਕੋਈ ਆਪਣੀ ਇੱਥੋਂ ਟੀਮ ਜਾ ਰਹੀ ਹੈ, ਉਹਦੇ ਵਾਸਤੇ ਕਿਆ ਕੁਝ? ਉਹਦਾ ਮੇਰਾ ਖਿਆਲ ਹੈ ਤੁਹਾਡੇ ਕੋਲ ਸ਼ਾਇਦ ਨਵੀਂ ਅਪਡੇਟ ਨਾ ਆਈ ਹੋਵੇ। ਉਹਨਾਂ ਨੇ ਇੱਕ ਚਾਲ ਖੇਡੀ ਸੀ BJP ਵਾਲਿਆਂ ਨੇ। ਉਹਨਾਂ ਦਾ ਮਤਲਬ ਦੇਖੋ, ਇਹਨੂੰ ਜੇ ਬਰੀਕੀ ਨਾਲ ਦੇਖੀਏ, BJP ਤੇ RSS ਇੱਕ ਇਹਨਾਂ ਦਾ ਰਿਕਾਰਡ ਹੈ ਕਿ ਡਾਕਟਰ ਭੀਮ ਰਾਓ ਅੰਬੇਡਕਰ ਨੂੰ ਇਹਨਾਂ ਨੇ ਕਦੇ ਵੀ ਮਾਨਤਾ ਨਹੀਂ ਦਿੱਤੀ, ਉਹਦੇ ਖਿਲਾਫ ਬੋਲਦੇ ਰਹੇ ਹੈ, ਉਹਦੇ ਸੰਵਿਧਾਨ ਨੂੰ ਤੋੜ ਮਰੋੜ ਕਰਨ ਦਾ ਪੂਰਾ ਯਤਨ ਕਰਦੇ ਰਹੇ ਹੈ, ਪੂਰੀ ਕੋਸ਼ਿਸ਼ ਕੀਤੀ ਕਿ ਕਿਸੇ ਤਰੀਕੇ ਦੇ ਨਾਲ ਮਤਲਬ ਇਸ ਸੰਵਿਧਾਨ ਨੂੰ ਖਤਮ ਕਰ ਦਿੱਤਾ ਜਾਏ। ਹੁਣ ਜਿੱਥੇ ਇੰਨਾ ਜ਼ੋਰ ਲੱਗਿਆ ਹੈ ਉਹਨਾਂ ਦੇ ਖਿਲਾਫ, ਅੱਜ ਅਚਨਚੇਤ ਉਹ ਦਿਨ ਮਨਾਉਣ ਦੀ ਗੱਲ ਕਿਉਂ ਆਈ? ਉਹਦਾ ਕਾਰਨ ਇਹ ਸੀਗਾ ਕਿ ਜਦੋਂ ਸੰਯੁਕਤ ਮੋਰਚੇ ਨੇ ਐਲਾਨ ਕਰਤਾ ਨਾ ਕਿ ਡਾਕਟਰ ਭੀਮ ਰਾਓ ਅੰਬੇਡਕਰ ਦਾ ਦਿਨ ਮਨਾਇਆ ਜਾਏਗਾ, ਤਾਂ ਸਰਕਾਰ ਨੂੰ ਇਹ ਲੱਗੀ ਗੱਲ ਕਿ ਅੱਜ ਕਿਸਾਨ ਤੇ ਮਜ਼ਦੂਰ ਇਕੱਠਾ ਹੋਊਗਾ। ਅਗਰ ਇਹ ਇਕੱਠਾ ਹੁੰਦਾ ਹੈ ਤਾਂ ਫਿਰ ਮਤਲਬ ਅੰਦੋਲਨ ਨੂੰ ਬਹੁਤ ਵੱਡੀ ਇੱਕ ਸਪੋਰਟ ਮਿਲਣ ਵਾਲੀ ਹੈ। ਉਹ ਸਪੋਰਟ ਨੂੰ ਰੋਕਿਆ ਕਿਵੇਂ ਜਾ ਸਕੇ? ਔਰ ਉਹਦੇ 'ਚ ਬੜਾ ਸ਼ਾਤਰਾਨਾ ਢੰਗ ਦੇ ਨਾਲ ਇਹਨਾਂ ਨੇ ਕੀਤਾ ਕਿ ਕਿਸਾਨ ਸੰਗਠਨਾਂ ਨੇ ਸਾਰਿਆਂ ਨੇ ਸੰਯੁਕਤ ਮੋਰਚੇ ਨੇ ਐਲਾਨ ਕੀਤਾ ਹੋਇਆ ਕਿ BJP ਦਾ ਵਿਰੋਧ ਕਰੋ, ਔਰ ਅਸੀਂ ਜਦੋਂ ਇਹ ਕਹਾਂਗੇ ਕਿ ਅਸੀਂ ਡਾਕਟਰ ਭੀਮ ਰਾਓ ਅੰਬੇਡਕਰ ਦਾ ਦਿਨ ਅਸੀਂ ਮਨਾਉਣੇ ਆ, ਤਾਂ ਉਸ ਵੇਲੇ ਕਿਸਾਨ ਜਥੇਬੰਦੀਆਂ ਸ਼ਾਇਦ ਇਹਨੂੰ ਮਤਲਬ ਸੀਰੀਅਸਲੀ ਨਾ ਲੈਣ ਔਰ ਉਹ ਸਾਡਾ ਵਿਰੋਧ ਕਰਨ। ਤੇ ਜਦੋਂ ਸਾਡਾ ਵਿਰੋਧ ਕਰਨਗੀਆਂ ਉੱਥੇ ਮਤਲਬ ਸਾਨੂੰ ਇਹ ਕਹਿਣਾ ਸੌਖਾ ਹੋ ਜਾਊਗਾ, ਕਹਿਣ ਦਾ ਇੱਕ ਮੌਕਾ ਮਿਲੂਗਾ ਕਿ ਇਹ ਡਾਕਟਰ ਭੀਮ ਰਾਓ ਅੰਬੇਡਕਰ ਦਾ ਵੀ ਵਿਰੋਧ ਕਰਦੇ ਆ, ਦਲਿਤਾਂ ਦੇ ਵਿਰੋਧੀ ਨੇ, ਔਰ ਉਹ ਸਾਡੇ ਵਿੱਚ ਇੱਕ ਪਾੜਾ ਖੜਾ ਕਰਨਾ ਚਾਹੁੰਦੇ ਸੀ। ਔਰ ਅਸੀਂ ਉਹਦੇ ਵਿੱਚ ਮਤਲਬ ਸਾਰਿਆਂ ਨੇ, ਮੈਂ ਤਾਂ ਕਹੂੰਗਾ ਪ੍ਰਮਾਤਮਾ ਨੇ ਸਾਨੂੰ ਸਾਰਿਆਂ ਨੂੰ ਇੱਕ ਰਸਤਾ ਦਿਖਾਇਆ ਜਿਹਦੇ ਵਿੱਚ ਦੀ ਅਸੀਂ ਨਿਕਲਦਿਆਂ ਨੇ ਫੈਸਲਾ ਲੈ ਲਿਆ ਕਿ ਬਈ ਆਉਣ ਦਿਓ ਭੀਮ ਰਾਓ ਅੰਬੇਡਕਰ। ਜਿਸ ਭੀਮ ਰਾਓ ਅੰਬੇਡਕਰ ਨੂੰ ਇਹ ਲੋਕ ਅੱਜ ਤੱਕ ਨਿੰਦਦੇ ਰਹੇ ਨੇ, ਭੰਡਦੇ ਰਹੇ ਨੇ, ਅਗਰ ਉਹਨਾਂ ਦੇ ਹੱਥਾਂ ਦੇ ਨਾਲ ਉਸੇ ਹੀ ਵਿਚਾਰਧਾਰਾ ਦੇ ਵਿੱਚੋਂ ਬੰਦਿਆਂ ਤੋਂ ਉਹਦੇ ਗਲ ਦੇ ਵਿੱਚ ਫੁੱਲਾਂ ਦਾ ਹਾਰ ਪਾਉਣ ਤੇ ਲੋਕ ਉਹਦਾ ਤਮਾਸ਼ਾ ਵੇਖਣ ਵੀ ਇਹ ਕਿੱਥੇ ਜਾ ਡਿੱਗੇ ਨੇ, ਤਾਂ ਇਦੋਂ ਵਧੀਆ ਇਦੋਂ ਵੱਡੀ ਉਹਨਾਂ ਦੀ ਹਾਰ ਹੋਰ ਕੋਈ ਹੋ ਨਹੀਂ ਸਕਦੀ। ਇਸ ਕਰਕੇ ਸਾਨੂੰ ਹੁਣ ਇੱਥੇ ਉਹਨਾਂ ਨੂੰ ਰੋਕਣਾ ਨਹੀਂ ਚਾਹੀਦਾ, ਆਉਣ ਦੇਣਾ ਚਾਹੀਦਾ। ਆਓ ਤੁਸੀਂ ਕਰੋ ਜਿਹੜਾ ਕਰਦੇ ਹੋ। ਬਟ ਉਹਦੇ ਵਿੱਚ ਜਿਹੜੀਆਂ ਖਾਪਾਂ ਸੀ, ਖਾਪਾਂ ਦੀ ਇੱਕ ਜਿੱਦ ਸੀਗੀ ਕਿ ਅਸੀਂ ਇਹਨਾਂ ਦੋ ਲੀਡਰਾਂ ਨੂੰ, ਵੱਡੇ ਲੀਡਰ ਜਿਹੜੇ ਇਹਨਾਂ ਦੇ CM ਤੇ ਜਿਹੜਾ ਡਿਪਟੀ CM ਹੈ, ਉਹਨਾਂ ਨੂੰ ਨਹੀਂ ਅਸੀਂ ਆਉਣ ਦੇਣਾ, ਸੈਕੰਡ ਲੀਡਰ ਕੋਈ ਆ ਕੇ ਕਰ ਲੇ। ਔਰ ਜਦੋਂ ਇਹ ਐਲਾਨ ਕੀਤਾ ਲੋਕਾਂ ਨੇ, ਤਾਂ ਉਹ ਸਰਕਾਰ ਨੇ ਕੱਲ ਮਤਲਬ ਅਨਾਉਂਸਮੈਂਟ ਕਰਤਾ ਕਿ ਵੀ ਅਸੀਂ ਮਤਲਬ ਉਹ ਸਾਰੇ ਰੱਦ ਕਰਦੇ ਹਾਂ ਪ੍ਰੋਗਰਾਮ, ਕਰੋਨਾ ਦਾ ਬਹਾਨਾ ਬਣਾ ਲਿਆ ਜਾਂ ਕੁਛ ਵੀ ਬਣਾ ਲਿਆ। ਸੋ ਮੇਰਾ ਗੱਲ ਕਰਨ ਦਾ ਮਤਲਬ ਡਾਕਟਰ ਭੀਮ ਰਾਓ ਅੰਬੇਡਕਰ ਨਾਲ
ਇਹਨਾਂ ਦਾ ਕੋਈ ਮਤਲਬ ਨਹੀਂ ਸੀ। ਮਤਲਬ ਸਿਰਫ ਉੱਥੇ ਕੇਵਲ ਟਕਰਾਓ ਪੈਦਾ ਕਰਕੇ ਕਿਸਾਨ ਤੇ ਮਜ਼ਦੂਰ ਨੂੰ ਤੋੜਨ ਦੀ ਭਾਵਨਾ ਸੀ। ਜਦੋਂ ਇਹਨਾਂ ਨੂੰ ਇਹ ਪਤਾ ਲੱਗਿਆ ਕਿ ਸਾਡੇ ਦਾ ਵਿਰੋਧ ਨਹੀਂ ਕਰਨਾ ਇਹਨਾਂ ਨੇ, ਤਾਂ ਫਿਰ ਡਾਕਟਰ ਭੀਮਰਾਓ ਅੰਬੇਡਕਰ ਦਾ ਇਹ ਕਿਵੇਂ ਮਤਲਬ ਸਨਮਾਨ ਕਰ ਸਕਦੇ ਸੀ, ਔਰ ਉਹਦੇ ਤੋਂ ਹੀ ਮਤਲਬ ਆਪਦਾ ਢੰਗ ਨਾਲ ਮਤਲਬ ਕਰੋਨਾ ਦਾ ਬਹਾਨਾ ਬਣਾ ਕੇ ਭੱਜੇ ਨੇ। ਤੇ ਰਾਣਾ ਜੀ ਹੁਣ ਜਿਸ ਤਰ੍ਹਾਂ ਕਾਫੀ ਅੱਗੇ ਤੱਕ ਤੁਸੀਂ ਪਹੁੰਚ ਗਏ ਹੋ, ਹੁਣ ਤੁਹਾਨੂੰ ਪਹਿਲਾਂ ਵੀ ਨੋਟਿਸ ਆਏ ਸੀਗੇ ਪੁਲਿਸ ਵਾਲਿਆਂ ਦੇ, ਹੁਣ ਕੋਈ ਦੁਬਾਰਾ ਕੋਈ ਨੋਟਿਸ ਆਏ सरकार ਦੇ? ऐसे जो एक अलग लड़ाई है, उस लड़ाई को उस ढंग से निपटेंगे, वो कानूनी लड़ाई है, जो कुछ होएगा देखी जाएगी। ਕਦੀ ਕਿਸੇ ਨੋਟਿਸ ਤੋਂ ਡਰ ਤਾਂ ਨਹੀਂ ਲੱਗਿਆ ਵੀ ਮੇਰਾ ਪਰਿਵਾਰ ਵੀ ਹੈ, ਸਾਰਾ ਕੁਝ ਮੇਰਾ ਦਾਅ ਤੇ ਲੱਗਿਆ ਹੋਇਆ, ਉਹ ਨੋਟਿਸ ਹੋਰ ਆ ਜਾਣਗੇ, ਮੇਰਾ ਕੀ ਬਣੇਗਾ? ये परिवार ही तो है, ये 4 लाख आदमी पड़ा है, परिवार ही तो है, तो इनसे तंग तो मेरा परिवार नहीं हो सकता साहब। तो जब इतने तंग है तो कोई नहीं, देखी जाएगी वो जो समय होगा उनके भाग में। अगर सुख होगा तो सुख मिलेगा, अगर सुख नहीं होगा तो मैं कितनी भी कोशिश करूं मैं नहीं दे सकता। तो मैं जो इस टाइम मेरे लिए जो बेस्ट है, जो मेरे को मतलब सोचना ही नहीं है एक सेकंड के लिए भी, मैंने वो करना है और मैं कर रहा हूँ और करता रहूंगा। ਲੋਕਾਂ ਦਾ ਪਿਆਰ ਕਿੰਨਾ ਕੁ ਮਿਲ ਰਿਹਾ? ਕਿਉਂਕਿ ਕਈ ਵਾਰੀ ਜਦੋਂ ਬਾਹਰੋਂ ਲੋਕ ਆਉਂਦੇ ਨੇ ਜਿਹੜੇ ਚਾਹੇ ਅੰਦੋਲਨ 'ਚ ਨਹੀਂ, ਤੁਹਾਡੇ ਕੋਲ ਇੱਥੇ ਜੇ ਰੁਕਦੇ ਹੋਣਗੇ, ਪ੍ਰਸ਼ੰਸਾ ਤਾਂ ਤੁਹਾਡੀ ਕਰਦੇ ਹੋਣਗੇ, ਪਿਆਰ ਤਾਂ ਦਿੰਦੇ ਹੋਣਗੇ ਕਿ बहुत ਚੰਗਾ ਕੰਮ ਕਰ ਰਹੇ ਹੋ। इससे जी यही कमाया है मैंने, एक आशीर्वाद ही कमाया है इस टाइम में, प्यार ही कमाया है, और कोई चिंता नहीं है। सभी दर्शक भाइयों से जितने भी देख रहे हैं सभी से कहूंगा, यहाँ आप निश्चिंत हो गया, ये आंदोलन लंबा जरूर हो गया लेकिन हौसले उससे बढ़ के है हमारे, चिंता करने की जरूरत नहीं है। बाबूजी की ਅੱਗੇ ਆ ਜੀ ਮੈਡਮ। ਹਾਂਜੀ ਨਹੀਂ ਕੋਈ ਗੱਲ ਨਹੀਂ। ਤੁਸੀਂ ਕਿਸ ਤਰ੍ਹਾਂ ਰਣਧੀਰ ਸਾਹਿਬ, ਇਹਨਾਂ ਨੇ ਆਪਣਾ ਸਾਰਾ ਕੁਝ ਲੁਟਾ ਦਿੱਤਾ, ਹੁਣ ਅੱਗੇ ਵੀ ਕਹਿੰਦੇ ਨੇ ਕਿ ਮੈਂ ਤਿਆਰ ਹਾਂ, ਜਦੋਂ ਅੰਦੋਲਨ ਖਤਮ ਹੋਏਗਾ ਹਫ਼ਤੇ ਬਾਅਦ ਤੱਕ ਵੀ ਜਿਹੜਾ ਮੈਂ ਲੰਗਰ ਚਲਾਵਾਂਗਾ। ਏਦਾਂ ਦੇ ਲੋਕ ਮਤਲਬ ਕਿੱਥੋਂ ਮਤਲਬ ਆਉਂਦੇ ਨੇ? ਫਰਿਸ਼ਤਾ ਹੀ ਨੇ ਇੱਕ ਤਰ੍ਹਾਂ ਦੇ। ਦੇਖੋ ਅੱਜ ਉਸ ਕ੍ਰਾਂਤੀਕਾਰੀ ਗੁਰੂ ਜਿਹਨੇ ਦੁਨੀਆ ਦੇ ਵਿੱਚ ਨਵੀਂ ਕ੍ਰਾਂਤੀ ਲਿਆਂਦੀ, ਇੱਕ ਸਿੱਖ ਕੌਮ ਦੀ ਸਾਜਨਾ ਕੀਤੀ, ਉਹ ਦਿਨ ਹੈ। ਪਹਿਲੀ ਗੱਲ ਤਾਂ ਇਹਨਾਂ ਨੇ ਉਸ ਦਿਨ ਨੂੰ ਮਨਾਉਣ ਵਾਸਤੇ ਅਖੰਡ ਪਾਠ ਸਾਹਿਬ ਦਾ ਭੋਗ ਪਵਾਇਆ ਅੱਜ। ਤਾਂ ਅਜਿਹੇ ਬੰਦੇ ਦੇ ਮਨ ਵਿੱਚ ਤਾਂ ਇਹ ਹੋ ਹੀ ਸਕਦਾ ਹੈ ਕਿ ਮੈਂ ਜੋ ਉਹਨਾਂ ਨੇ ਸਿੱਖਿਆ ਦਿੱਤੀ ਆ ਉਹ ਸਿੱਖਿਆ ਤੇ ਵੀ ਚੱਲਾਂ। ਭਾਈ ਕਨਈਆ ਜਿਹਦੇ ਮਨ ਵਿੱਚ ਇਹ ਸੀ ਕਿ ਜੰਗਾਂ ਯੁੱਧਾਂ ਦੇ ਵਿੱਚ ਵੀ ਜਿਸ ਨੂੰ ਵੀ ਜ਼ਰੂਰਤ ਹੈ ਉਹਨਾਂ ਨੇ ਉਹਦੀ ਸੇਵਾ ਕੀਤੀ, ਗੁਰੂ ਸਾਹਿਬ ਨੇ ਉਹਨਾਂ ਨੂੰ ਮਾਨਤਾ ਦਿੱਤੀ। ਤਾਂ ਉਸੇ ਲਾਈਨ ਤੇ ਰਾਮ ਸਿੰਘ ਜੀ ਰਾਣਾ ਜੀ ਵੀ ਚੱਲੇ ਕਿ ਸਾਨੂੰ ਅੱਜ ਲੋੜ ਹੈ। ਪਤਾ ਨਹੀਂ ਦੇਸ਼ ਦੇ ਕੋਨੇ-ਕੋਨੇ ਤੋਂ ਕਿੱਥੋਂ ਕਿਸਾਨ, ਜਿਹੜਾ ਕਿਸਾਨ ਨਹੀਂ ਹੁਣ ਆਲ ਇਹ ਲੋਕਾਂ ਦਾ ਬਣ ਚੁੱਕਾ ਅੰਦੋਲਨ, ਆਮ ਜਨਤਾ ਦਾ। ਜਨਤਾ ਆਉਂਦੀ ਹੈ, ਬੜੀ ਲੋੜਵੰਦ ਜਨਤਾ ਵੀ ਆਉਂਦੀ ਹੈ। ਇਹਨਾਂ ਨੇ ਉਹਨਾਂ ਦੀ ਸਹਾਇਤਾ ਕਰਨ ਵਾਸਤੇ ਇਹ ਜਿਹੜਾ ਉਪਰਾਲਾ ਕੀਤਾ ਹੈ, ਇਹ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਹੈ ਇਹਨਾਂ ਨੂੰ, ਇਹਨਾਂ ਦਾ ਨਾਂ ਰਹੂਗਾ ਉਸ ਬਖਸ਼ਿਸ਼ ਕਰਕੇ। ਤੇ ਇਹ ਅੰਦੋਲਨ ਆ ਜਿਹੜਾ, ਜੇ ਐਸੇ ਤਰ੍ਹਾਂ ਪ੍ਰਮਾਤਮਾ ਬਖਸ਼ਿਸ਼ ਸਾਡੇ ਮਨਾਂ ਵਿੱਚ ਕਰਦਾ ਰਹੂਗਾ ਤਾਂ ਇਹ ਅੰਦੋਲਨ ਅਸੀਂ ਥੋੜ੍ਹੀ ਦੇਰ ਚਾਹੇ ਲੱਗ ਜਾਵੇ ਇਹਨੂੰ ਜਿੱਤ ਕੇ ਹੀ ਜਾਵਾਂਗੇ। ਤੇ ਜਦੋਂ ਅੰਦੋਲਨ ਜਿੱਤਿਆ ਗਿਆ ਤਾਂ ਆਉਂਦੇ ਜਾਂਦੇ ਯਾਦ ਵੀ ਕਰਿਆ ਕਰਾਂਗੇ ਕਿ ਇਹ ਹੈ ਰਾਮ ਸਿੰਘ ਰਾਣਾ ਜੀ ਜਿੱਥੇ ਬੈਠੇ ਆ, ਇਹਨਾਂ ਨੂੰ ਮਿਲ ਕੇ ਵੀ ਜਾਈਏ, ਇਹਨਾਂ ਦਾ ਧੰਨਵਾਦ ਵੀ ਕਰਕੇ ਜਾਈਏ। ਤਾਂ ਮੈਂ ਕਹਿੰਦਾ ਇਹ ਗੁਰੂ ਦੀ ਬਖਸ਼ਿਸ਼ ਹੈ, ਕੋਈ ਆਦਮੀ ਆਪਣੇ ਆਪ ਨਹੀਂ ਕਰ ਸਕਦਾ। ਜਿੱਡੀ ਵੱਡੀ ਇਹਨਾਂ ਨੇ ਕੁਰਬਾਨੀ ਕੀਤੀ ਹੈ, ਇਹ ਗੁਰੂ ਦੀ ਬਖਸ਼ਿਸ਼ ਬਿਨਾਂ ਹੋ ਹੀ ਨਹੀਂ ਸਕਦੀ। ਬਹੁਤ ਬਹੁਤ ਧੰਨਵਾਦ ਜੀ। ਤਾਂ ਇਸ ਸਾਡੇ ਨਾਲ ਰਾਮ ਸਿੰਘ ਰਾਣਾ, ਜਗਜੀਤ ਸਿੰਘ ਡੱਲੇਵਾਲ, ਬਲੇਸ਼ ਸਿੰਘ ਸਿਰਸਾ ਤੇ ਥੇਰੀ ਸਾਹਿਬ ਹੋਰੀ ਜਿਹਨਾਂ ਇਹ ਕਹਿਣਾ ਕਿ ਮਤਲਬ ਬਹੁਤ ਵੱਡਾ ਕੰਮ ਕਰ ਰਹੇ ਨੇ ਰਾਮ ਸਿੰਘ ਰਾਣਾ ਜੀ। ਐਡਾ ਵੱਡਾ ਸੰਘਰਸ਼ ਦੇ ਵਿੱਚ ਇਹਨਾਂ ਦਾ ਯੋਗਦਾਨ, ਆਪਣੀਆਂ ਜ਼ਮੀਨਾਂ ਤੱਕ ਗਹਿਣੇ ਪਾ ਦਿੱਤੀਆਂ, ਗੁਰੂ ਦੀ ਬਖਸ਼ਿਸ਼ ਆ ਸਾਰੀ ਇਹ। ਤਾਂ ਅੱਗੇ ਵੀ ਹੁਣ ਸੰਘਰਸ਼ ਦਾ ਦੇਖੋ ਕਿੰਨੇ ਕੁ ਦੇਰ ਚੱਲਦਾ, ਤਾਂ ਜਦੋਂ ਤੱਕ ਵੀ ਚੱਲੇਗਾ ਰਾਮ ਸਿੰਘ ਰਾਣਾ ਹੋਰਾਂ ਦੀ ਸੇਵਾ ਜਿਹੜੀ ਆ ਚੱਲਦੀ ਰਹੇਗੀ। ਤਾਂ ਨਾਮ ਜ਼ਰੂਰ ਯਾਦ ਰੱਖਣਾ ਤੁਸੀਂ, ਦਾ ਗੋਲਡਨ ਹਟ, ਇਹ ਨਾਮ ਜ਼ਰੂਰ ਯਾਦ ਰੱਖਣਾ। ਹੈ ਸੰਘਰਸ਼ 'ਚ ਵੀ ਲਿਖਿਆ ਜਾਏਗਾ ਕਿ ਗੋਲਡਨ ਹਟ ਵਾਲੇ ਰਾਮ ਸਿੰਘ ਰਾਣਾ ਜੀ ਨੇ ਆਪਣਾ ਸੰਘਰਸ਼ ਦੇ ਵਿੱਚ ਇੰਨਾ ਵੱਡਾ ਯੋਗਦਾਨ ਪਾਇਆ ਸੀ। ਤਾਂ ਵਧੇਰੇ ਅਪਡੇਟ ਸੀ, ਸਾਨੂੰ ਜੁੜੇ ਰਹੋ। ਕੈਮਰਾਮੈਨ ਯਾਦਵਿੰਦਰ ਸਿੰਘ ਦੇ ਨਾਲ ਸਨਮਜੀਤ ਸਿੰਘ, ਪੱਲਾ ਔਨ 에ਅਰ, ਦਿੱਲੀ।